ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ। ਰਾਗ ਭੈਰੋ ਦੇ ਵਿੱਚ ਰਾਗ ਭੈਰੋ ਮਹੱਲਾ ਪੰਜਵਾਂ। ਚੌਪਦੇ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਧਰ ਮੋਹਨ ਸਗਲ ਉਪਾਵਨ ਨਿਰੰਕਾਰ ਸੁਖ ਦਾਤਾ। ਐਸਾ ਪ੍ਰਭ ਛੋੜ ਕਰੇ ਅਨ ਸੇਵਾ ਕਵਨ ਵਿਖਿਆ ਰਸ ਮਾਤਾ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਸ਼੍ਰੀ ਧਰ ਮੋਹਨ, ਸ਼੍ਰੀ ਧਰ ਭਾਵ ਸ਼੍ਰੀ ਲక్ష్ਮੀ, ਸ਼੍ਰੀ ਧਰ ਲక్ష్ਮੀ ਦਾ ਆਸਰਾ ਪਰਮਾਤਮਾ। ਜਿਹੜਾ ਸੋਹਣਾ ਪਰਮਾਤਮਾ ਵਾਹਿਗੁਰੂ ਇਹ ਜੋ ਪ੍ਰਭੂ ਲక్ష్ਮੀ ਦਾ ਆਸਰਾ ਹੈ। ਸ਼੍ਰੀ ਧਰ ਮੋਹਨ ਜਿਹੜਾ ਸੋਹਣਾ ਪ੍ਰਭੂ ਲక్ష్ਮੀ ਦਾ ਆਸਰਾ ਹੈ, ਜਿਹੜਾ ਆਕਾਰ ਰਹਿਤ ਹੈ। ਪਰਮਾਤਮਾ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ। ਨਿਰੰਕਾਰ ਸੁਖ ਦਾਤਾ, ਜੋ ਸਭ ਸੁੱਖਾਂ ਦਾ ਦਾਤਾ ਹੈ, ਸਭ ਸੁੱਖਾਂ ਦਾ ਮਾਲਕ ਹੈ। ਐਸਾ ਪ੍ਰਭ ਛੋੜ ਕਰੇ ਅਨ ਸੇਵਾ ਕਵਨ ਵਿਖਿਆ ਰਸ ਮਾਤਾ। ਉਸ ਮਾਲਕ ਨੂੰ ਛੱਡ ਕੇ ਤੂੰ ਹੋਰ ਦੀ ਸੇਵਾ ਪੂਜਾ ਕਰਦਾ ਹੈ, ਤੂੰ ਮਾਇਆ ਦੇ ਕੋਝੇ ਸਵਾਦਾਂ ਵਿੱਚ ਮਸਤ ਹੈ। ਐਸਾ ਪ੍ਰਭ ਛੋੜ ਕਰਹਿ ਅਨ ਸੇਵਾ ਕਵਨ ਵਿਖਿਆ ਰਸ ਮਾਤਾ। ਰੇ ਮਨ ਮੇਰੇ ਤੂੰ ਗੋਵਿੰਦ ਭਾਜ। ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ ਹੋਰ ਵੀ, ਆਵਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਮਹਾਰਾਜ ਕਹਿੰਦੇ ਆ ਤੇਰੇ ਕੋਲ ਸਮਾਂ ਹੈ ਬਾਣੀ ਪੜ੍ਹਨ ਦਾ, ਬਾਣੀ ਸੁਣਨ ਦਾ, ਸਿਮਰਨ ਕਰਨ ਦਾ। ਆਵਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਭਾਵ ਜਦੋਂ ਤੇਰਾ ਸਮਾਂ ਪੂਰਾ ਹੋਇਆ ਤੇ ਫਿਰ ਭਜਿਆ ਨਹੀਂ ਜਾਣਾ। ਭਾਵ ਕੀ ਹੈ ਵੀ ਸਿਮਰਿਆ ਨਹੀਂ ਜਾਣਾ। ਕਈ ਵਾਰੀ ਆਪਾਂ ਕਹਿੰਦੇ ਆਵੇ ਅੰਤ ਨਾ ਭਜਿਆ ਜਾਈ, ਨਹੀਂ ਭਜਿਆ ਜਾਈ ਵੀ ਸਿਮਰਨ ਨਹੀਂ ਕੀਤਾ ਜਾਣਾ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ। ਰੇ ਮਨ ਮੇਰੇ ਤੂੰ ਗੋਵਿੰਦ ਭਾਜ, ਕਿਹੇ ਮੇਰਿਆ ਮਨਾ ਤੂੰ ਪਰਮਾਤਮਾ ਦਾ ਨਾਮ ਜਪਿਆ ਕਰ। ਰੇ ਮਨ ਮੇਰੇ ਤੂੰ ਗੋਵਿੰਦ ਭਾਜ, ਕਿ ਪਰਮਾਤਮਾ ਜੀ ਦਾ ਸਿਮਰਨ ਕਰਿਆ ਕਰ, ਭਜਨ ਕਰਿਆ ਕਰ। ਅਵਰੇ ਅਪਾਵ ਸਗਲ ਮੈਂ ਦੇਖੇ, ਜੋ ਚਿਤਵੀਐ ਤਿਤ ਬਿਗਰਸ ਕਾਜ। ਸਿਮਰਨ ਤੋਂ ਬਿਨਾ ਹੋਰ ਸਾਰੇ ਹੀਲੇ ਕਰਦੇ ਲੋਕ ਮੈਂ ਵੇਖੇ ਹਨ। ਸਤਿਗੁਰੂ ਜੀ ਕਹਿੰਦੇ ਆ ਭਜਨ ਤੋਂ ਬਿਨਾ ਇਹੀ ਨਤੀਜਾ ਨਿਕਲਦਾ ਹੈ ਕਿ ਹੋਰ ਜਿਹੜਾ ਵੀ ਹੀਲਾ ਸੋਚਿਆ ਜਾਂਦਾ ਹੈ, ਉਹ ਹੀਲੇ ਨਾਲ ਆਤਮਿਕ ਜੀਵਨ ਦਾ ਕੰਮ ਸਗੋਂ ਹੋਰ ਵਿਗੜਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਆਵਰ ਅਪਾਵ ਸਗਲ ਮੈਂ ਦੇਖੇ, ਜੋ ਚਿਤਵੀਐ ਤਿਤ ਬਿਗਰਸ ਕਾਜ। ਕਹਿੰਦੇ ਤੇਰਾ ਕਾਜ ਹੋਰ ਵਿਗੜਦਾ ਹੈ। ਭਾਵ ਆਤਮਿਕ ਜੀਵਨ ਦਾ ਕੰਮ। ਠਾਕਰ ਛੋੜ ਦਾਸੀ ਕੋ ਸਿਮਰੈ, ਮਨ ਮੁਖ ਅੰਧ ਅਗਿਆਨਾ। ਮਹਾਰਾਜ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਠਾਕਰ ਛੋੜ ਦਾਸੀ, ਭਾਵ ਦੁਨਿਆਵੀ ਮਾਇਆ, ਕੇਵਲ ਮਾਇਆ ਨੂੰ ਹੀ ਚਿਤਵਦਾ ਰਹਿਣਾ। ਪਰਮਾਤਮਾ ਦੇ ਸਿਮਰਨ ਲਈ ਸਮਾਂ ਨਾ ਕੱਢਣਾ। ਠਾਕੁਰ ਛੋੜ ਦਾਸੀ ਕੋ ਸਿਮਰੈ, ਕੇਵਲ ਦਾਸੀ ਭਰਾ ਮਾਇਆ ਵਿੱਚ ਹੀ ਕੁਲਤਾਨ ਹੋ ਗਿਆ। ਮਨਮੁਖ ਅੰਧ ਅਗਿਆਨਾ। ਮਹਾਰਾਜ ਕਹਿੰਦੇ
ਉਹ ਮਾਲਕ ਪ੍ਰਭੂ ਨੂੰ ਛੱਡ ਕੇ ਇਸ ਸੰਸਾਰ ਰੂਪੀ ਮਾਇਆ ਦੇ ਮੋਹ ਵਿੱਚ ਅੰਨੇ ਹੋ ਚੁੱਕੇ ਮਨੁੱਖ ਆਤਮਿਕ ਜੀਵਨ ਦੀ ਸੂਝ ਤੋਂ ਸੱਖਣੇ ਰਹਿ ਜਾਂਦੇ ਹਨ। ਹਰ ਕੀ ਭਗਤ ਕਰੈ ਤਿਨ ਨਿੰਦਹਿ, ਨਿਗੁਰੇ ਪਸ਼ੂ ਸਮਾਨਾ। ਅਜਿਹੇ ਨਿਗੁਰੇ ਮਨੁੱਖ, ਪਸ਼ੂਆਂ ਵਰਗੇ ਜੀਵਨ ਵਾਲੇ ਮਨੁੱਖ ਉਹਨਾਂ ਬੰਦਿਆਂ ਨੂੰ ਨਿੰਦੇ ਹਨ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਹਨ। ਹਰ ਕੀ ਭਗਤ ਕਰਹਿ ਤਿਨ ਨਿੰਦਹਿ, ਨਿਗੁਰੇ ਪਸ਼ੂ ਸਮਾਨਾ। ਮਹਾਰਾਜ ਕਹਿੰਦੇ ਨਿਗੁਰਾ ਹੋ ਕੇ ਆਪ ਨਿਗੁਰਾ ਹੈ, ਆਪ ਨਾ ਦੇ ਚੁਰੂ ਪਰ ਪਾਣੀ, ਤੇ ਨਿੰਦੇ ਜੇ ਗੰਗਾ ਆਨੀ। ਕਹਿੰਦੇ ਨਿੰਦਿਆ ਗੰਗਾ ਦੀ ਕਰਨੀ, ਆਪ ਚੂਲੀ ਪਾਣੀ ਦੀ ਵੀ ਨਾ ਦੇਣੀ। ਆਪ ਨਾ ਦੇ ਚੁਰੂ ਪਰ ਪਾਣੀ, ਤਹਿ ਨਿੰਦੇ ਜੇ ਗੰਗਾ ਆਨੀ। ਹਰ ਕੀ ਭਗਤ ਕਰੇ ਤਿਨ ਨਿੰਦਹਿ, ਜੋ ਹਰੀ ਦੀ ਭਗਤੀ ਕਰਦੇ ਆ ਉਹਨਾਂ ਦੀ ਨਿੰਦਿਆ ਕਰਨੀ। ਨਿਗੁਰੇ ਪਸ਼ੂ ਸਮਾਨਾ, ਇਹੋ ਜਿਹੇ ਨਿਗੁਰੇ ਮਹਾਰਾਜ ਕਹਿੰਦੇ ਆ ਪਸ਼ੂ ਮੱਤ ਵਾਲੇ ਬੰਦਿਆਂ ਦਾ ਹੀ ਕੰਮ ਹੁੰਦਾ ਹੈ। ਜੀਉ ਪਿੰਡ ਤਨ ਤਨ ਸਭ ਪ੍ਰਭ ਕਾ, ਸਾਕਤ ਕਹਿਤੇ ਮੇਰਾ। ਜੀਉ ਪਿੰਡ ਤਨ ਧਨ ਸਭ ਪ੍ਰਭ ਕਾ, ਸਾਕਤ ਕਹਿਤੇ ਮੇਰਾ। ਕਹਿੰਦੇ ਇਹ ਜਿੰਦ, ਇਹ ਸਰੀਰ, ਇਹ ਧਨ, ਇਹ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ। ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਇਹੀ ਆਖਦੇ ਹਨ ਕਿ ਹਰੇਕ ਚੀਜ਼ ਸਾਡੀ ਹੈ। ਭਾਵ ਉਹ ਆਪਣੇ ਆਪ ਤੇ ਵਿਸ਼ਵਾਸ ਕਰ ਰਿਹਾ, ਆਪਣੇ ਆਪ ਨੂੰ ਹੀ ਇਹ ਭਰੋਸਾ ਦਵਾ ਰਿਹਾ ਵੀ ਸ਼ਾਇਦ ਜਿੱਥੇ ਮੈਂ ਨਾ ਹੋਵਾਂ ਉੱਥੇ ਕੰਮ ਨਹੀਂ ਹੋਣਾ, ਸ਼ਾਇਦ ਇੱਥੇ ਮੈਂ ਨਾ ਹੁੰਦਾ ਤੇ ਕੰਮ ਨਹੀਂ ਹੋਣਾ, ਸ਼ਾਇਦ ਉੱਥੇ ਮੈਂ ਨਾ ਜਾਂਦਾ ਕੰਮ ਰੁਕ ਜਾਣਾ। ਨਹੀਂ, ਮਹਾਰਾਜ ਕਹਿੰਦੇ ਆ ਜੀਉ ਪਿੰਡ ਤਨ ਧਨ ਸਭ ਪ੍ਰਭ ਕਾ। ਇਹ ਸਰੀਰ, ਇਹ ਧਨ, ਇਹ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ। ਪਰ ਪਰਮਾਤਮਾ ਨੂੰ ਟੁੱਟੇ ਹੋਏ ਮਨੁੱਖ ਆਖਦੇ ਹਨ ਕਿ ਇਹ ਚੀਜ਼ ਸਾਡੀ ਹੈ। ਅੰਬੁੱਧ ਦੁਰਮਤ ਹੈ ਮੈਲੀ, ਬਿਨ ਗੁਰ ਭਵ ਜਲ ਫੇਰਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਹਉਮੈ ਵਾਲੀ ਬੁੱਧੀ ਦੇ ਕਾਰਨ ਉਹਨਾਂ ਦੀ ਅਕਲ ਖੋਟੀ ਹੋ ਜਾਂਦੀ ਹੈ। ਅਹੰ ਬੁੱਧ ਭਾਵ ਹਉਮੈ ਵਾਲੀ ਅਕਲ, ਹਉਮੈ ਵਾਲੀ ਬੁੱਧੀ। ਮਹਾਰਾਜ ਕਹਿੰਦੇ ਉਸ ਅਕਲ ਦੇ ਕਾਰਨ ਖੋਟੀ ਹੋਈ ਰਹਿੰਦੀ ਹੈ ਤੇ ਮੈਲੀ ਹੋਈ ਰਹਿੰਦੀ ਹੈ। ਗੁਰੂ ਦੀ ਸ਼ਰਨ ਤੋਂ ਬਿਨਾਂ ਸੰਸਾਰ ਸਮੁੰਦਰ ਵਿੱਚ ਉਹਨਾਂ ਦਾ ਗੇੜ ਬਣਿਆ ਰਹਿੰਦਾ ਹੈ। ਹੋਮ ਜਗ ਜਪ ਤਪ ਸਭ ਸੰਜਮ, ਤੜ ਤੀਰਥ ਨਹੀਂ ਪਾਇਆ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਹੋਮ ਜਗ ਜਪ ਤਪ ਸਾਧਨਾ ਨਾਲ ਇੰਦਰੀਆਂ ਨੂੰ ਬਸ ਵਿੱਚ ਕਰਨ ਵਾਲੇ ਸਾਰੇ ਸਾਧਨਾ ਨਾਲ ਕਿਸੇ ਪਵਿੱਤਰ ਨਦੀ ਦੇ ਕੰਢੇ ਉੱਤੇ, ਕਿਸੇ ਤੀਰਥ ਉੱਤੇ ਇਸ਼ਨਾਨ ਕੀਤਿਆਂ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਜੇ ਮਨ ਮੈਲਾ ਹੈ, ਭਾਵੇਂ ਗੰਗਾ ਦੇ ਕਿਨਾਰੇ ਤੇ ਘਰ ਪਾ ਲੈ, ਫੇਰ ਵੀ ਕੁਛ ਹੋਣ ਵਾਲਾ ਨਹੀਂ। ਹੋਮ ਜਗ ਜਪ ਤਪ ਸੰਜਮ, ਹੋਮ ਜਗ ਜਪ ਤਪ ਸਭ ਸੰਜਮ, ਤੜ ਤੀਰਥ ਨਹੀਂ ਪਾਇਆ। ਮਿਟਿਆ ਆਪ ਪਏ ਸਰਣਾਈ, ਗੁਰਮੁਖ ਨਾਨਕ ਜਗਤ ਤਰਾਇਆ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਮਨੁੱਖ ਵਾਹਿਗੁਰੂ ਦੀ ਸ਼ਰਨ ਪੈਂਦੇ ਹਨ ਉਹਨਾਂ ਦੇ ਅੰਦਰੋਂ ਆਪਾ ਭਾ ਮਿਟ ਜਾਂਦਾ ਹੈ ਤੇ ਪ੍ਰਮਾਤਮਾ ਗੁਰੂ ਦੀ ਸ਼ਰਨ ਪਾ ਕੇ ਜਗਤ ਦੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਪੈਰੋ ਮਹੱਲਾ ਪੰਜਵਾ। ਬਨ ਮੈਂ ਪੇਖਿਓ ਤਿਰਣ ਮੈਂ ਪੇਖਿਓ, ਗ੍ਰਹਿ ਪੇਖਿਓ ਉਦਾਸਾਏ। ਮਹਾਰਾਜ ਕਹਿੰਦੇ ਸੰਤ ਜਨਾਂ ਦੀ ਸੰਗਤ ਦੁਆਰਾ ਮੈਂ ਜੰਗਲ ਵਿੱਚ ਬਨਸਪਤੀ ਵਿੱਚ ਪ੍ਰਭੂ ਨੂੰ ਹੀ ਵਸਦਾ ਵੇਖ ਲਿਆ ਤੇ ਘਰ ਵਿੱਚ ਵੀ ਉਸੇ ਨੂੰ ਵੇਖ ਲਿਆ। ਮੈਂ ਤਿਆਗੀ ਵਿੱਚ ਵੀ ਉਸੇ ਪ੍ਰਮਾਤਮਾ ਨੂੰ ਵੇਖ ਲਿਆ। ਬਨ ਮੈਂ ਪੇਖਿਓ ਤਿਰਣ ਮੈਂ ਪੇਖਿਓ, ਗ੍ਰਹਿ ਪੇਖਿਓ ਉਦਾਸਾਏ।
ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਿਹਾ ਕਿ ਸੰਤ ਜਨਾਂ ਦੀ ਸੰਗਤ ਦੁਆਰਾ ਮੈਂ ਸਾਰੇ ਕਿਤੇ ਹੀ ਪ੍ਰਮਾਤਮਾ ਨੂੰ ਵਸਦਾ ਵੇਖ ਲਿਆ। ਉਹ ਤੇ ਹਰ ਥਾਂ ਵਸਦਾ ਹੈ, ਹਿਰਦੇ ਰੂਪੀ ਘਰ ਵਿੱਚ ਵੇਖ ਲਿਆ। ਫਿਰ ਜਦੋਂ ਹਿਰਦੇ ਰੂਪੀ ਘਰ ਵਿੱਚ ਵੇਖਿਆ ਤਾਂ ਮੈਨੂੰ ਫਿਰ ਕਿਤੇ ਜਾਣ ਦੀ ਲੋੜ ਨਹੀਂ ਪਈ ਤੇ ਮੈਂ ਅੰਦਰ ਵਸਦੇ ਪ੍ਰਮਾਤਮਾ ਨੂੰ ਮੈਂ ਕੇਵਲ ਗੁਰੂ ਦਾ ਗਿਆਨ ਲਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੀ ਪੜ੍ਹਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੀ ਸੁਣਿਆ। ਦੰਡ ਧਾਰ ਜਟ ਧਾਰੈ ਫੇਕੋ ਬਰਤ ਨੇਮ ਤੀਰਥਾਏ। ਉਹਨੂੰ ਦੰਡ ਧਾਰੀਆਂ ਵਿੱਚ, ਜਟਾਂ ਧਾਰੀਆਂ ਵਿੱਚ ਵਸਦਾ ਵੇਖ ਲਿਆ ਕਿ ਸਾਰੇ ਕਿਤੇ ਉਹ ਪ੍ਰਮਾਤਮਾ ਵਸਦਾ ਹੈ। ਬਰਤ ਨੇਮ, ਵਰਤ ਨੇਮ ਵਿੱਚ ਅਤੇ ਤੀਰਥ ਯਾਤਰਾ ਕਰਨ ਵਾਲਿਆਂ ਵਿੱਚ ਵੀ ਵੇਖ ਲਿਆ। ਦੰਡ ਧਾਰ ਜਟ ਧਾਰੈ ਵੇਖੋ ਵਰਤ ਨੇਮ ਤੀਰਥਾਏ, ਕਿ ਉਹ ਪਰਮਾਤਮਾ ਸਭ ਵਿੱਚ ਹੀ ਵਸਦਾ ਹੈ। ਮੈਂ ਕੇਵਲ ਆਪਣੇ ਹਿਰਦੇ ਵਿੱਚ ਵੇਖ ਕੇ, ਆਪਣੇ ਹਿਰਦੇ ਘਰ ਵਿੱਚ ਵੇਖ ਕੇ ਹੀ ਉਸ ਪਰਮਾਤਮਾ ਦੇ ਨਾਲ ਜੁੜਨਾ ਹੈ। ਸਤ ਸੰਗ ਪੇਖਿਓ ਮਨ ਮਾਏ। ਮਹਾਰਾਜ ਕਹਿੰਦੇ ਜਦੋਂ ਸੰਤ ਜਨਾਂ ਦੀ ਸੰਗਤ ਵਿੱਚ ਮੈਂ ਉਸ ਨੂੰ ਆਪਣੇ ਮਨ ਵਿੱਚ ਹੀ ਵਸਦਾ ਵੇਖ ਲਿਆ। ਊਵ ਪਿਆਲ ਸਰਬ ਮੈਂ ਪੂਰਨ ਰਸ ਮੰਗਲ ਗੁਣ ਗਾਏ। ਰਹਾਉ, ਤਾਂ ਫਿਰ ਪਰਮਾਤਮਾ ਦੇ ਆਨੰਦ ਦੇਣ ਵਾਲੇ ਗੁਣ ਮੈਂ ਸਵਾਦ ਨਾਲ ਗਾ ਕੇ ਆਕਾਸ਼ ਪਤਾਲ ਸਭਨਾਂ ਵਿੱਚ ਹੀ ਵੇਖ ਲਿਆ। ਜਦੋਂ ਮੈਨੂੰ ਪਤਾ ਲੱਗਿਆ ਕਿ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਦਾ ਵੇਖਿਆ ਤਾਂ ਫਿਰ ਮੈਂ ਆਨੰਦ ਦੇਣ ਵਾਲੇ ਗੁਣ, ਪਰਮਾਤਮਾ ਜੀ ਦੇ ਗੁਣਾਂ ਨੂੰ ਗਾ ਕੇ ਫਿਰ ਮੈਨੂੰ ਸਾਰੇ ਕਿਤੇ ਵੇਖ ਗਿਆ। ਆਕਾਸ਼ ਵਿੱਚ, ਪਤਾਲ ਵਿੱਚ, ਸਭਨਾਂ ਵਿੱਚ ਮੈਨੂੰ ਉਹ ਪਰਮਾਤਮਾ ਵਿਆਪਕ ਦਿਸ ਪਿਆ। ਜੋਗ ਪੇਖ ਸੰਨਿਆਸੈ ਪੇਖਿਓ ਜਤ ਜੰਗਮ ਕਪੜਾਏ। ਮਹਾਰਾਜ ਕਹਿੰਦੇ ਜਦੋਂ ਮੈਂ ਪਰਮਾਤਮਾ ਨੂੰ ਆਪਣੇ ਅੰਦਰ ਵਸਦਾ ਵੇਖਿਆ ਤਦੋਂ ਮੈਂ ਉਸ ਪਰਮਾਤਮਾ ਨੂੰ ਜੋਗੀਆਂ ਵਿੱਚ, ਸਾਰੇ ਭੇਖਾਂ ਵਿੱਚ, ਸੰਨਿਆਸੀਆਂ ਵਿੱਚ, ਜਤੀਆਂ ਵਿੱਚ, ਜੰਗਮਾਂ ਵਿੱਚ, ਕਾਪੜੀਏ ਸਾਧੂਆਂ ਵਿੱਚ, ਸਭਨਾਂ ਵਿੱਚ ਵਸਦਾ ਵੇਖ ਲਿਆ। ਜੋਗ ਭੇਖ ਸੰਨਿਆਸੈ ਪੇਖਿਓ ਜਤ ਜੰਗਮ ਕਪੜਾਏ। ਤਪੀ ਤਪੀਸ਼ਰ ਮਨ ਮੈਂ ਪੇਖਿਓ ਨਟ ਨਾਟਕ ਨਿਰਤਾਏ। ਤਦੋਂ ਮੈਂ ਉਹਨੂੰ ਤਪੀਆਂ ਵਿੱਚ, ਵੱਡੇ ਵੱਡੇ ਮੁਨੀਆਂ ਵਿੱਚ, ਨਾਟਕ ਕਰਨ ਵਾਲੇ ਨਟਾਂ ਵਿੱਚ, ਰਸ ਧਾਰੀਆਂ ਵਿੱਚ, ਸਭਨਾਂ ਵਿੱਚ ਵਸਦਾ ਵੇਖਿਆ। ਚੌ ਮੈਂ ਪੇਖਿਓ ਖਟ ਮੈਂ ਪੇਖਿਓ ਦਸ ਅਸ਼ਟੀ ਸਿਮਰਤਾਏ। ਜਦੋਂ ਸਾਧ ਸੰਗਤ ਦੀ ਕਿਰਪਾ ਨਾਲ ਮੈਂ ਪਰਮਾਤਮਾ ਨੂੰ ਆਪਣੇ ਅੰਦਰ ਵੇਖਿਆ, ਭਾਵ ਮੈਨੂੰ ਜਰਰੇ ਜਰਰੇ ਵਿੱਚ ਵੇਖਿਆ, ਬ੍ਰਹਿਮੰਡ ਦੇ ਕਣ ਕਣ ਵਿੱਚ ਵੇਖਿਆ, ਫਿਰ ਮੈਂ ਪਰਮਾਤਮਾ ਦੇ ਇੱਕ ਨਾਮ ਨਾਲ ਹੀ ਜੁੜਿਆ। ਚਾਰ ਵੇਦਾਂ ਵਿੱਚ, 6 ਸ਼ਾਸਤਰਾਂ ਵਿੱਚ, 18 ਪੁਰਾਣਾਂ ਵਿੱਚ, ਸਾਰੀਆਂ ਸਿਮਰਤੀਆਂ ਵਿੱਚ ਵਸਦਾ ਵੇਖ ਲਿਆ। ਚੌ ਮੈਂ ਪੇਖਿਓ ਖਟ ਮੈਂ ਪੇਖਿਓ ਦਸ ਅਸ਼ਟੀ ਸਿਮਰਤਾਏ। ਸਭ ਮਿਲ ਏਕੋ ਏਕ ਵਖਾਨੈ ਤਉ ਕਿਸ ਤੇ ਕਹੋ ਦੁਰਾਏ। ਜਦੋਂ ਮੈਂ ਇਹ ਵੇਖ ਲਿਆ ਕਿ ਸਾਰੇ ਜੀ ਜੰਤ ਮਿਲ ਕੇ ਸਿਰਫ ਇੱਕ ਪਰਮਾਤਮਾ ਦੇ ਹੀ ਗੁਣ ਗਾ ਰਹੇ ਹਨ, ਤਾਂ ਹੁਣ ਮੈਂ ਉਹਨੂੰ ਕਿਸੇ ਪਾਸੋਂ ਦੂਰ ਬੈਠਾ ਨਹੀਂ ਆਖ ਸਕਦਾ ਕਿ ਉਹ ਪਰਮਾਤਮਾ ਮੈਥੋਂ ਦੂਰ ਹੈ, ਕਿ ਉਹ ਪਰਮਾਤਮਾ ਦੀ ਮੇਰੇ ਨਾਲੋਂ ਕੋਈ ਵਿੱਥ ਹੈ। ਉਹ ਪਰਮਾਤਮਾ ਹਰ ਥਾਂ ਵਸਦਾ ਵੇਖ ਲਿਆ। ਅਗੈ ਅਗੈ ਬੇਅੰਤ ਸੁਆਮੀ ਨੈ ਕੀਮ ਕੀਮ ਕਿਮਾਏ। ਪਰਮਾਤਮਾ ਅਥਾਹ ਹੈ, ਅਗਾਹ ਅਗਾਹ ਭਾਵ ਅਥਾਹ ਅਥਾਹ। ਬੇਅੰਤ ਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਕਿਸੇ ਦੁਨਿਆਵੀ ਪਦਾਰਥ ਦੇ ਬਦਲੇ ਮਿਲ ਵੀ ਨਹੀਂ ਸਕਦਾ। ਜਿੱਡਾ ਮਰਜੀ ਮਹਿੰਗਾ ਦੁਨਿਆਵੀ ਪਦਾਰਥ ਹੋਵੇ, ਉਹ ਦੁਨਿਆਵੀ ਪਦਾਰਥ ਦੇ ਬਦਲੇ ਉਹਨੂੰ ਖਰੀਦਿਆ ਵੀ ਨਹੀਂ ਜਾ ਸਕਦਾ। ਜਨ ਨਾਨਕ ਤਿਨ ਕੈ ਬਲ ਬਲ ਜਾਈਐ ਜੇ ਘਟ ਪ੍ਰਗਟੀ ਆਏ। ਸਤਿਗੁਰੂ ਜੀ ਕਹਿੰਦੇ ਆ ਕਿ ਉਹ ਪ੍ਰਭੂ ਵਸਦਾ ਸਭਨਾਂ ਵਿੱਚ ਹੀ ਹੈ, ਪਰ ਜਿਸ ਜਿਸ ਵਡਭਾਗੀ ਦੇ ਹਿਰਦੇ ਵਿੱਚ ਉਹ ਪ੍ਰਤੱਖ ਹੋ ਗਿਆ, ਭਾਵ ਪ੍ਰਗਟ ਹੋ ਗਿਆ, ਜਿਹਦੇ ਅੰਦਰ ਉਹ ਪਰਮਾਤਮਾ ਦੀ ਜੋਤ ਜਗ ਪੈਂਦੀ ਹੈ।
ਪ੍ਰਤੱਖ ਹੋ ਗਿਆ, ਉਹਨਾਂ ਤੋਂ ਸਦਕੇ ਕੁਰਬਾਨ ਜਾਣਾ ਚਾਹੀਦਾ ਹੈ। ਭੈਰੋ ਮਹੱਲਾ ਪੰਜਵਾ। ਨਿਕਟ ਬੁਝੈ ਸੋ ਬੁਰਾ ਕਿਉ ਕਰੈ। ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਨੇੜੇ ਵਸਦਾ ਸਮਝਦਾ ਹੈ, ਇਸੇ ਕਰਕੇ ਉਹਦੀ ਕਿਸੇ ਨਾਲ ਬੁਰਾਈ ਨਹੀਂ ਹੁੰਦੀ, ਬੁਰਾਈ ਉਹਦੇ ਤੋਂ ਦੂਰ ਹੋ ਜਾਂਦੀ ਹੈ। ਮਾਰੇ ਕਹਿੰਦੇ ਨਿਕਟ ਬੁਝੈ ਸੋ ਬੁਰਾ ਕਿਉਂ ਕਰੈ। ਕਹਿੰਦੇ ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਨੇੜੇ ਵਸਦਾ ਵੇਖ ਲਿਆ ਜੀ ਨੇ, ਉਹ ਕਿਸੇ ਨਾਲ ਕੋਈ ਬੁਰਾਈ ਨਹੀਂ ਕਰ ਸਕਦਾ। ਬਿਖ ਸੰਚੈ ਨਿਤ ਡਰਤਾ ਫਿਰੈ। ਪਰ ਜਿਹੜਾ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਹਰ ਵੇਲੇ ਹੀ ਜੋੜਦਾ ਰਹਿੰਦਾ ਹੈ, ਭਾਵ ਪਰਮਾਤਮਾ ਦਾ ਸਿਮਰਨ ਛੱਡ ਹੀ ਦਿੱਤਾ ਤੇ ਪਰਮਾਤਮਾ ਦਾ ਨਾਮ ਜਪੇ ਹੀ ਨਹੀਂ, ਥੋੜਾ ਜਿਹਾ ਟਾਈਮ ਵੀ ਨਹੀਂ ਜਪਦਾ। ਮਹਾਰਾਜ ਕਹਿੰਦੇ ਬਿਖ ਸੰਚੈ, ਬਿਖ ਭਾਵ ਜ਼ਹਿਰ ਨੂੰ ਹੀ ਇਕੱਠੀ ਕਰਦਾ ਰਿਹਾ ਕੇਵਲ ਤੋਂ ਕੇਵਲ, ਨਿਤ ਡਰਤਾ ਫਿਰੈ। ਮਹਾਰਾਜ ਕਹਿੰਦੇ ਫਿਰ ਉਹ ਮਨੁੱਖ ਹਰੇਕ ਪਾਸੋਂ ਸਦਾ ਹੀ ਡਰਦਾ ਫਿਰਦਾ ਰਹਿੰਦਾ ਹੈ। ਬਿਖ ਸੰਚੈ ਨਿਤ ਡਰਤਾ ਫਿਰੈ। ਹੈ ਨਿਕਟੇ ਅਰ ਭੇਦ ਨਾ ਪਾਇਆ। ਪਰਮਾਤਮਾ ਹਰੇਕ ਦੇ ਨੇੜੇ ਤਾਂ ਜ਼ਰੂਰ ਵਸਦਾ ਹੈ, ਪਰ ਨਿਤ ਮਾਇਆ ਦੇ ਵਿੱਚ ਗ੍ਰਸਿਆ ਮਨੁੱਖ ਇਹ ਭੇਤ ਨੂੰ ਸਮਝ ਨਹੀਂ ਸਕਦਾ, ਉਹਨੂੰ ਇਹ ਭੇਤ ਦੀ ਸਮਝ ਨਹੀਂ ਆਉਂਦੀ। ਨੇੜੈ ਨੇੜੈ ਸਭ ਕੋ ਕਹੈ, ਗੁਰਮੁਖ ਭੇਦ ਬਿਰਲਾ ਕੋ ਲਹੈ। ਰਹਾਉ ਨੇੜਾ ਨੇੜਾ ਸਭ ਕੋ ਕਹੈ। ਮਹਾਰਾਜ ਕਹਿੰਦੇ ਆਖਣ ਨੂੰ ਤਾਂ ਹਰੇਕ ਪ੍ਰਾਣੀ ਇਹ ਆਖ ਦਿੰਦਾ ਕਿ ਪ੍ਰਮਾਤਮਾ ਸਭ ਤੋਂ ਨੇੜੇ ਹੈ ਤੇ ਸਭਨਾਂ ਦੇ ਨੇੜੇ ਹੈ, ਪਰ ਇਸ ਭੇਦ ਨੂੰ ਕੋਈ ਬਿਰਲਾ ਗੁਰਮੁਖ ਹੀ ਸਮਝਦਾ ਹੈ। ਗੁਰਮੁਖ ਭੇਦ ਬਿਰਲਾ ਕੋਲ ਹੈ, ਪਰ ਕੋਈ ਬਿਰਲਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਸ ਗੱਲ ਨੂੰ ਡੂੰਘੀ ਸਮਝਦਾ ਹੈ। ਨਿਕਟ ਨਾ ਦੇਖੈ ਪਰ ਗ੍ਰਹਿ ਜਾਏ, ਦਰ ਬਿਰਹਿ ਮਿਥਿਆ ਕਰ ਖਾਏ। ਉਹੀ ਮਨੁੱਖ ਪਰਾਏ ਘਰ ਵਿੱਚ ਚੋਰੀ ਦੀ ਨੀਅਤ ਨਾਲ ਜਾਂਦਾ ਹੈ ਤੇ ਜਿਹੜਾ ਪਰਮਾਤਮਾ ਨੂੰ ਆਪਣੇ ਨੇੜੇ ਵਸਦਾ ਨਹੀਂ ਵੇਖਦਾ ਹੈ। ਹੁਣ ਜਿਹੜਾ ਹਰ ਥਾਂ ਵੇਖਦਾ ਹੈ ਉਹ ਚੋਰੀ ਨਹੀਂ ਕਰ ਸਕਦਾ, ਕਿਉਂਕਿ ਉਹਨੂੰ ਪਤਾ ਹੈ ਵੀ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੈ। ਵੀ ਤੂੰ ਚਾਰੇ ਪਾਸੇ ਨਿਗਾਹ ਮਾਰ ਲਏਗਾ, ਪਰ ਪਰਮਾਤਮਾ ਤੋਂ ਤਾਂ ਨਹੀਂ ਨਾ ਛਪਾ ਸਕਦਾ। ਇਸ ਤਰ੍ਹਾਂ ਮਾਰੇ ਕਹਿੰਦੇ ਨਿਕਟ ਕਰ ਦੇਖੈ ਪਰ ਗ੍ਰਹਿ ਜਾਏ। ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਨੂੰ ਆਪਣੇ ਨੇੜੇ ਵਸਦਾ ਵੇਖਦਾ ਹੈ, ਉਹ ਪਰਾਏ ਘਰ ਵਿੱਚ ਚੋਰੀ ਨਹੀਂ ਕਰ ਸਕਦਾ। ਦਰ ਬਿਰਹਿ ਮਿਥਿਆ ਕਰ ਖਾਏ। ਉਹ ਮਨੁੱਖ ਪਰਾਇਆ ਧਨ ਚਰਾਂਦਾ ਹੈ ਤੇ ਧਨ ਨੂੰ ਨਾਸ਼ਵੰਤ ਆਖ ਕੇ ਵੀ ਪਰਾਇਆ ਮਾਲ ਖਾ ਰਿਹਾ ਹੈ। ਦਰ ਬਿਰਹਿ ਮਿਥਿਆ ਕਰ ਖਾਏ। ਪਰਾਇਆ ਧਨ ਖਾ ਰਿਹਾ ਹੈ, ਪਰਾਇਆ ਧਨ ਚੁਰਾ ਰਿਹਾ ਹੈ, ਜਿਹਤੇ ਸਾਡਾ ਕੋਈ ਹੱਕ ਹੀ ਨਹੀਂ ਹੈ। ਭਈ ਠਗੌਰੀ ਹਰ ਸੰਗ ਨਾ ਜਾਣਿਆ। ਇਸ ਤਰ੍ਹਾਂ ਮਾਰੇ ਕਹਿੰਦੇ ਪਰਾਈ ਠੱਗ ਬੂਟੀ ਮਾਇਆ ਉਸ ਉੱਤੇ ਆਪਣਾ ਪ੍ਰਭਾਵ ਪਾਈ ਰੱਖਦੀ ਹੈ। ਇਸ ਵਾਸਤੇ ਉਹ ਪਰਮਾਤਮਾ ਨੂੰ ਆਪਣੇ ਨਾਲ ਵਸਦਾ ਨਹੀਂ ਸਮਝਦਾ। ਬਾਜ ਗੁਰੂ ਹੈ ਭਰਮ ਭੁਲਾਨਿਆ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਭਟਕਣਾ ਵਿੱਚ ਪੈ ਕੇ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ। ਨਿਕਟ ਨਾ ਜਾਣੈ ਬੋਲੇ ਕੂੜ। ਉਹੀ ਮਨੁੱਖ ਝੂਠ ਬੋਲਦਾ ਹੈ ਜਿਹੜਾ ਪਰਮਾਤਮਾ ਨੂੰ ਆਪਣੇ ਨਾਲ ਨਹੀਂ ਵਸਦਾ ਵੇਖਦਾ। ਬਾਜ ਗੁਰੂ ਹੈ ਭਰਮ ਭੁਲਾਨਿਆ। ਨਿਕਟ ਨਾ ਜਾਣੈ ਬੋਲੇ ਕੂੜ। ਕੂੜ ਭਾਵ ਝੂਠ। ਮਾਇਆ ਮੋਹੇ ਮੂਠਾ ਹੈ ਮੂੜ। ਇਸ ਤਰ੍ਹਾਂ ਬਾਰੇ ਕਹਿੰਦੇ ਉਹ ਮੂਰਖ ਮਾਇਆ ਦੇ ਮੋਹ ਵਿੱਚ ਫਸ ਕੇ ਆਪਣੀ ਆਤਮਿਕ ਰਾਜ ਪੂੰਜੀ ਨੂੰ ਲੁਟਾਈ ਜਾਂਦਾ ਹੈ। ਆਪਣੀ ਰਾਜ ਪੂੰਜੀ ਲੈ ਕੇ ਆਉਂਦਾ ਮਨੁੱਖ, ਪਰ ਆਪਣੀ ਪੂੰਜੀ ਨੂੰ ਲੁਟਾ ਕੇ ਹੀ ਚਲਾ ਜਾਂਦਾ ਹੈ। ਕਾਸ ਤੋਂ ਬਿਨਾਂ, ਭਜਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ। ਮਾਇਆ ਮੋਹ ਮੂਠਾ ਹੈ ਮੂੜ। ਅੰਦਰ ਵਸਤ ਦਿਸੰਤਰ ਜਾਏ। ਪਰਮਾਤਮਾ ਦਾ ਨਾਮ ਤਾਂ ਉਹਦੇ ਹਿਰਦੇ ਵਿੱਚ ਵਸਦਾ ਹੈ, ਪਰ ਉਹ ਨਿਰੀ ਮਾਇਆ ਦੀ ਖਾਤਰ ਨਹੀਂ ਭਟਕਦਾ। ਮਹਾਰਾਜ ਨੇ ਕਹਿਣਾ ਨਿਰੀ ਮਾਇਆ ਦੀ ਭਟਕ ਸਰਦਾ ਹੈ ਨਹੀਂ, ਪਰ ਨਿਰਾ ਹੀ ਜੁੜ ਜਾਣਾ। ਤੁਸੀਂ ਬਹੁਤ ਵਾਰੀ ਇਹ ਗੱਲ ਤੇ
ਬਹੁਤ ਵਾਰ ਸੁਣ ਲਈ ਹੋਣੀ ਆ, ਮੇਰਾ ਖਿਆਲ ਹੈ ਵੀ ਨਿਰਾ ਹੀ ਪਰਮਾਤਮਾ ਦੇ ਨਾਮ ਨੂੰ ਛੱਡ ਹੀ ਦੇਣਾ, ਭੁੱਲ ਹੀ ਜਾਣਾ। ਕਿਤੇ ਉਹ ਕਿਰਪਾ ਕਰੇ ਚੇਤੇ ਕਰਵਾਵੇ ਪਰਮਾਤਮਾ ਵਾਹਿਗੁਰੂ ਅੰਦਰ ਵਸਤ ਦਸੰਤਰ ਜਾਏ। ਕਹਿੰਦੇ ਪਰਮਾਤਮਾ ਦਾ ਨਾਮ ਤਾਂ ਉਹਦੇ ਹਿਰਦੇ ਵਿੱਚ ਵਸਦਾ ਹੈ, ਪਰ ਉਹ ਨਿਰੀ ਮਾਇਆ ਦੀ ਖਾਤਰ ਹੀ ਭਟਕਦਾ ਫਿਰਦਾ ਰਹਿੰਦਾ ਹੈ। ਬਾਜ ਗੁਰੂ ਹੈ ਭਰਮ ਭੁਲਾਏ, ਗੁਰੂ ਦੀ ਸ਼ਰਨ ਤੋਂ ਬਿਨਾ ਹੀ ਜਗਤ ਭਟਕਣਾ ਵਿੱਚ ਹੈ। ਤੇ ਜਿਹੜੇ ਸਿਮਰਨ ਕਰਦੇ ਆ, ਭਜਨ ਕਰਦੇ ਆ, ਉਹਨਾਂ ਦਾ ਮਨ ਕੁਛ ਟਿਕਾਓ ਵਿੱਚ ਆ ਜਾਂਦਾ ਹੈ, ਖੇੜੇ ਵਿੱਚ ਆ ਜਾਂਦਾ ਹੈ। ਇਸ ਤਰ੍ਹਾਂ ਬਿਨਾ ਗੁਰੂ ਤੋਂ ਬਾਜ ਗੁਰੂ ਡੂਬਾ ਸੰਸਾਰ, ਬਿਨਾ ਗੁਰੂ ਤੋਂ ਸੰਸਾਰ ਮਹਾਰਾਜ ਕਹਿੰਦੇ ਆ ਗੁਰੂ ਜੀ ਦੇ ਗਿਆਨ ਤੋਂ ਡੁੱਬ ਰਿਹਾ ਹੈ। ਭਾਵ ਕਿ ਜੈਸੇ ਜਲ ਮੈਂ ਕਮਲ ਨਿਰਾਲਮ, ਵੀ ਜਿਵੇਂ ਮਿਰਗਾਈ ਪਾਣੀ ਵਿੱਚ ਰਹਿੰਦੀ ਹੈ ਪਰ ਆਪਣੇ ਖੰਭ ਨਾ ਭਿੱਜਣ ਦੇ, ਜੈਸੇ ਜਲਮਾ ਜਿਵੇਂ ਕਮਲ ਪਾਣੀ ਵਿੱਚ ਰਹਿੰਦਾ ਤੇ ਆਪਣੇ ਉਹ ਪੱਤੇ ਭਿੱਜਣ ਨਹੀਂ ਦਿੰਦਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਇਸ ਤਰ੍ਹਾਂ ਰਹਿਣਾ ਸੰਸਾਰ ਵਿੱਚ ਹੀ ਹੈ। ਕੁਝ ਸੰਸਾਰੀ ਫਰਜ਼, ਬੰਦੇ ਦੀਆਂ ਮਜਬੂਰੀਆਂ, ਪਰ ਚਿੱਤ ਹੈ ਜਿਹੜਾ ਉਹ ਪਰਮਾਤਮਾ ਨਾਲ ਜੁੜਿਆ ਹੋਵੇ ਕਿ ਪਾਤਸ਼ਾਹ ਮੈਂ ਤੇਰੇ ਚਰਨਾਂ ਨਾਲ ਜੁੜਿਆ ਹੋਇਆ ਹਾਂ, ਇੰਨਾ ਭਰੋਸਾ ਹੋਵੇ ਮਨੁੱਖ ਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਮੱਥਾ ਨਾ ਟੇਕੇ, ਬਾਣੀ ਪੜ੍ਹੇ, ਬਾਣੀ ਗਾਣੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਅੰਤਰ ਵਸਤੁ ਦਸੰਤਰ ਜਾਏ, ਤੂੰ ਜੁੜਿਆ ਹੋਣਾ ਚਾਹੀਦਾ ਹੈ ਭਾਵੇਂ ਸੰਸਾਰ ਵਿੱਚ ਵਿਚਰ ਰਿਹਾ ਤੂੰ। ਤੇ ਇਹ ਭੁਲੇਖਾ ਫਿਰ ਹੌਲੀ ਹੌਲੀ ਸਤਿਗੁਰੂ ਸੱਚੇ ਪਾਤਸ਼ਾਹ ਸਾਰੀ ਹੀ ਬਖਸ਼ਿਸ਼ ਕਰ ਦਿੰਦੇ ਹਨ। ਹੌਲੀ ਹੌਲੀ ਮਨੁੱਖ ਨੂੰ ਸਾਰਾ ਗਿਆਨ ਆ ਜਾਂਦਾ ਹੈ। ਇਸ ਤਰ੍ਹਾਂ ਵਾਲੇ ਕਹਿੰਦੇ ਅੰਤਰ ਵਸਤੁ ਦਸੰਤਰ ਜਾਏ, ਬਾਜ ਗੁਰੂ ਹੈ ਭਰਮ ਭੁਲਾਏ। ਗੁਰੂ ਤੋਂ ਬਿਨਾਂ ਹੀ ਅਸੀਂ ਭਰਮ ਭੁਲੇਖਿਆਂ ਵਿੱਚ ਪਏ ਹੋਏ ਹਾਂ। ਜਿਸ ਮਸਤਕ ਕਰਮ ਲਿਖਿਆ ਲਲਾਟ, ਇਸ ਤਰ੍ਹਾਂ ਭਾਈ ਜਿਸ ਮਨੁੱਖ ਦੇ ਮੱਥੇ ਉੱਤੇ ਲਲਾਟ ਉੱਤੇ ਭਾਵ ਪਰਮਾਤਮਾ ਦੀ ਬਖਸ਼ਿਸ਼ ਦਾ ਲੇਖ ਲਿਖਿਆ ਉਗੜ ਪੈਂਦਾ ਹੈ, ਉਹ ਤੇ ਬਖਸ਼ਿਸ਼ ਹੁੰਦੀ ਹੈ, ਉਹ ਤੇ ਕਿਰਪਾ ਹੁੰਦੀ ਹੈ। ਸਤਿਗੁਰ ਸੇਵੇ ਖੁੱਲੇ ਕਪਾਟ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਉਹ ਗੁਰੂ ਦੀ ਸ਼ਰਨ ਵਿੱਚ ਆ ਪੈਂਦਾ ਤੇ ਉਹਦੇ ਮਨ ਵਿੱਚ ਕਵਾੜ ਖੁੱਲ ਜਾਂਦੇ ਹਨ। ਅੰਤਰ ਬਾਹਰ ਨਿਕਟੇ ਸੋਏ, ਉਹਨੂੰ ਆਪਣੇ ਅੰਦਰ ਤੇ ਬਾਹਰ ਫਿਰ ਜਗਤ ਵਿੱਚ ਇੱਕ ਪ੍ਰਮਾਤਮਾ ਹੀ ਵਸਦਾ ਦਿਸਦਾ ਹੈ। ਜਨ ਨਾਨਕ ਆਵੇ ਨਾ ਜਾਵੇ ਕੋਏ, ਉਹਨੂੰ ਇਉਂ ਜਾਪਦਾ ਹੈ ਕਿ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਾ ਜੰਮਦਾ ਤੇ ਨਾ ਮਰਦਾ, ਹੈ ਵੀ ਨਹੀਂ ਕੋਈ ਪਰਮਾਤਮਾ ਤੋਂ ਬਿਨਾ, ਤੇ ਨਾ ਜੰਮਦਾ ਨਾ ਪਰਮਾਤਮਾ, ਨਾ ਜੰਮਦਾ ਨਾ ਮਰਦਾ ਹੈ। ਮਨੁੱਖ ਹੈ, ਅਸੀਂ ਜੂਨਾਂ ਵਿੱਚ ਆਉਣੇ ਆ, ਅਸੀਂ ਜੰਮਦੇ ਵੀ ਹਾਂ ਮਰਦੇ ਵੀ ਹਾਂ, ਪਰ ਪਰਮਾਤਮਾ ਅਜੂਨੀ ਸਹਿਪੰਗ ਹੈ, ਉਹ ਨਾ ਜੰਮਣ ਵਿੱਚ ਆਉਂਦਾ ਨਾ ਮਰਨ ਵਿੱਚ ਆਉਂਦਾ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਨਾ ਕਿਸੇ ਦਾ ਉਹ ਥਾਪਿਆ ਹੋਇਆ ਹੈ ਤੇ ਨਾ ਹੀ ਉਹ ਕਿਸੇ ਦਾ ਪ੍ਰਮਾਤਮਾ ਬਣਾਇਆ ਹੋਇਆ ਹੈ। ਪ੍ਰਮਾਤਮਾ ਆਪਣੇ ਆਪ ਵਿੱਚ ਹੈ। ਜਨ ਨਾਨਕ ਆਵੇ ਨਾ ਜਾਵੇ ਕੋਈ, ਉਹਨੂੰ ਫਿਰ ਇਹ ਪਤਾ ਲੱਗ ਜਾਂਦਾ। ਭੈਰੋ ਮਹੱਲਾ ਪੰਜਵਾ, ਜਿਸ ਤੂੰ ਰਾਖੈ ਤਿਸ ਕੌਣ ਮਾਰੈ, ਸਭ ਤੁਝ ਹੀ ਅੰਤਰ ਸਗਲ ਸੰਸਾਰੈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਤੂੰ ਬਚਾ ਸਕਦਾ ਉਹਨੂੰ ਕੋਈ ਮਾਰ ਨਹੀਂ ਸਕਦਾ। ਆਖੋ ਸਤਨਾਮ। ਜਿਸ ਤੂੰ ਰਾਖੈ ਤਿਸ ਕੌਣ ਮਾਰੈ, ਜਿਹਦੀ ਤੂੰ ਰੱਖਿਆ ਕਰਨ ਵਾਲਾ ਹੋਵੇਂ, ਜਿਹਨੂੰ ਤੂੰ ਬਚਾਉਣ ਵਾਲਾ ਹੋਵੇਂ, ਉਹਨੂੰ ਕੋਈ ਨਹੀਂ ਮਾਰ ਸਕਦਾ। ਜੇ ਉਹਦੀ ਕਿਰਪਾ ਹੋ ਜੇ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਇਹੀ ਤਾਂ ਉਹਦੀ ਉਸਤਤ ਹੈ, ਇਹੀ ਤਾਂ ਵਡਿਆਈ ਹੈ। ਫੇਰ ਹੀ ਬੰਦਾ ਕਹਿੰਦਾ ਵੀ ਵਾਹ ਹੇ ਗੁਰੂ। ਜਦੋਂ ਅਸੀਂ ਗੁਣ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਰੱਬੀ ਗੁਣ, ਤਾਂ ਫਿਰ ਸਾਡੇ ਮਨ ਵਿੱਚੋਂ ਆਪਣੇ ਆਪ ਨਿਕਲਦਾ ਵਾਹਿਗੁਰੂ। ਸਿੱਧਾ ਆਪਾਂ ਕਹੀਏ ਫਲ ਪ੍ਰਾਪਤ ਹੈ, ਪਰ ਜੇ ਆਪਾਂ ਸਿੱਧਾ ਅਣਜਾਣ ਬੰਦੇ ਨੂੰ ਕਹਿੰਦੇ ਆ ਵੀ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾਇਆ ਕਰ, ਉਹਨੂੰ ਪਤਾ ਹੈ ਨਹੀਂ ਵੀ ਕਹਿਣਾ ਕਿਉਂ ਹੈ, ਇਹਦੇ ਵਿੱਚ ਹੈ ਕੀ ਆ। ਪਰ ਜਦੋਂ ਉਹਦੀ ਵਡਿਆਈ ਸੁਣਦਾ, ਉਸਤਤ ਸੁਣਦਾ, ਸੰਗਤ ਕਰਦਾ, ਤੇ ਫੇਰ ਮਨ ਵਿੱਚ ਫਿਰ ਮੱਲੋ ਮੱਲੀ ਫਿਰ ਵਾਹਿਗੁਰੂ ਜੀ ਦਾ ਨਾਮ ਉਪਜਦਾ ਹੈ।
ਫਿਰ ਵਾਹਿਗੁਰੂ ਦਾ ਨਾਮ ਉੱਠਦਾ ਹੈ। ਜਦੋਂ ਆਪਾਂ ਪੜ੍ਹਦੇ ਹਾਂ, ਹੁਣ ਆਪਾਂ ਕਈ ਵਾਰੀ ਚਿੰਤਾ 'ਚ ਪਏ ਹੁੰਦੇ ਆ, ਤੇ ਫਿਰ ਜਦੋਂ ਆਪਾਂ ਇਹ ਸੁਣਦੇ ਹਾਂ ਵੀ ਜਿਸ ਤੂੰ ਰਾਖੈ ਤਿਸ ਕੌਣ ਮਾਰੈ, ਵੀ ਤੂੰ ਜਿਹਦੀ ਰੱਖਿਆ ਕਰਨ ਵਾਲਾ ਸਤਿਗੁਰੂ ਜੀ ਤੂੰ ਹੋਵੇਂ, ਉਹਨੂੰ ਕੌਣ ਮਾਰ ਸਕਦਾ ਹੈ। ਆਪਾਂ ਕਹਿੰਦੇ ਆ ਉਹ ਫਲਾਣੇ ਦਾ ਮਾਰਿਆ ਬੰਦਾ ਮਰ ਗਿਆ, ਕਿਸੇ ਨੂੰ ਕੋਈ ਵੀ ਨਹੀਂ ਮਾਰ ਸਕਦਾ। ਉਹ ਫਲਾਣੇ ਨੇ ਕੁਛ ਕਰਾਤਾ ਉਹ ਤਾਂ ਮਰ ਗਿਆ, ਨਹੀਂ ਨਹੀਂ, ਉਹ ਪਰਮਾਤਮਾ ਦੀ ਰਜ਼ਾ ਜਿੰਨਾ ਚਿਰ ਉਹਦਾ ਹੁਕਮ ਆ ਗਿਆ ਕੋਈ ਉਹਨੂੰ ਬਚਾ ਨਹੀਂ ਸਕਦਾ, ਤੇ ਜੇ ਉਹਦਾ ਹੁਕਮ ਹੈ ਤੈਨੂੰ ਬਚਾਉਣ ਵਿੱਚ ਤਾਂ ਉਹਨੂੰ ਕੋਈ ਮਾਰ ਵੀ ਨਹੀਂ ਸਕਦਾ। ਜਿਸ ਤੂੰ ਰਾਖੈ ਤਿਸ ਕੌਣ ਮਾਰੈ, ਸਭ ਤੁਝ ਹੀ ਅੰਤਰ ਸਗਲ ਸੰਸਾਰ ਹੈ। ਕਿਉਂਕਿ ਸਾਰੇ ਸੰਸਾਰ ਵਿੱਚ ਸਾਰੀ ਉਤਪਤੀ ਤਾਂ ਤੇਰੇ ਅਧੀਨ ਹੈ। ਸਾਰੀ ਉਤਪਤੀ ਹੈ, ਜਿਹੜੀ ਸ੍ਰਿਸ਼ਟੀ ਹੈ, ਇਹ ਤਾਂ ਪਰਮਾਤਮਾ ਦੇ ਅਧੀਨ ਹੈ, ਪਰਮਾਤਮਾ ਦੇ ਅੰਡਰ ਹੈ। ਆਪਾਂ ਪੜ੍ਹਦੇ ਵੀ ਹਾਂ, ਹੁਕਮ ਹੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ, ਪਰਮਾਤਮਾ ਦੇ ਹੁਕਮ ਵਿੱਚ ਹੈ ਸਾਰਾ ਕੁਝ। ਸਭ ਤੁਝ ਹੀ ਅੰਤਰ ਸਗਲ ਸੰਸਾਰ ਹੈ, ਕੋਟ ਅਭਾਵ ਚਿਤਵਤ ਹੈ ਪ੍ਰਾਣੀ। ਜੀਵ ਆਪਣੇ ਵਾਸਤੇ ਕਰੋੜਾਂ ਹੀਲੇ ਸੋਚਦਾ ਰਹਿੰਦਾ ਹੈ। ਅਸੀਂ ਸੋਚਦੇ ਹਾਂ ਵੀ ਅਸੀਂ ਆਪਣੇ ਹੀਲੇ ਆਪ ਸੋਚ ਰਹੇ ਹਾਂ, ਇਹ ਸਾਡੇ ਮਨ 'ਚ ਭੁਲੇਖਾ ਹੈ। ਅਸਲ ਵਿੱਚ ਅਸੀਂ ਆਪਣਾ ਹੀਲਾ ਕੋਈ ਵੀ ਨਹੀਂ ਕਰ ਸਕਦੇ, ਜੋ ਕਰ ਰਿਹਾ ਪਰਮਾਤਮਾ ਕਰਾ ਰਿਹਾ ਹੈ। ਸੋ ਹੋਵੇ ਜੇ ਕਰੈ ਚੋਜ ਵਿਡਾਣੀ। ਮਹਾਰਾਜ ਕਹਿੰਦੇ ਪਰ ਉਹੀ ਕੁਝ ਹੁੰਦਾ ਜੋ ਅਚਰਜ ਚੋਜ ਕਰਨ ਵਾਲਾ ਪਰਮਾਤਮਾ ਕਰਦਾ ਹੈ। ਰਾਖੋ ਰਾਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰੇ ਦਰਬਾਰ। ਇਸ ਤਰ੍ਹਾਂ ਮਹਾਰਾਜ ਕਹਿੰਦੇ ਰਾਖੋ ਰਾਖੋ ਕਿਰਪਾ ਧਾਰ, ਹੇ ਪ੍ਰਮਾਤਮਾ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਤੇਰੀ ਸ਼ਰਨ ਤੇਰਾ ਦਰਬਾਰ। ਮੈਂ ਤੇਰੇ ਦਰ ਤੇ ਆਇਆ ਹਾਂ, ਮਿਹਰ ਕਰ, ਮੇਰੀ ਰੱਖਿਆ ਕਰ। ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰ। ਜਿਨ ਸੇਵਿਆ ਨਿਰਭਉ ਸੁਖ ਦਾਤਾ, ਜਿਸ ਮਨੁੱਖ ਨੇ ਨਿਰਭਉ ਅਤੇ ਸਾਰੇ ਸੁੱਖ ਦੇਣ ਵਾਲੇ ਪ੍ਰਮਾਤਮਾ ਦੀ ਸ਼ਰਨ ਲਈ ਹੈ। ਤਿਨ ਪਉ ਦੂਰ ਕੀਆ ਏਕ ਪ੍ਰਾਤਾ, ਉਹਨੇ ਆਪਣਾ ਹਰੇਕ ਡਰ ਦੂਰ ਕਰ ਲਿਆ ਹੈ। ਕਾਹਦੇ ਨਾਲ ਜੀ? ਪ੍ਰਮਾਤਮਾ ਜੀ ਦੇ ਨਾਮ ਨਾਲ। ਆਪਣਾ ਹਰੇਕ ਡਰ, ਆਪਣਾ ਹਰੇਕ ਭੁਲੇਖਾ ਉਸ ਮਨੁੱਖ ਨੇ ਦੂਰ ਕਰ ਲਿਆ ਗੁਰੂ ਜੀ ਦਾ ਗਿਆਨ ਪ੍ਰਾਪਤ ਕਰਕੇ। ਤਿਨ ਭਉ ਦੂਰ ਕੀਆ ਏਕ ਪ੍ਰਾਤਾ, ਉਹਨੇ ਆਪਣਾ ਹਰੇਕ ਡਰ ਦੂਰ ਕਰ ਲਿਆ ਤੇ ਉਹਨੇ ਇੱਕ ਪ੍ਰਮਾਤਮਾ ਨਾਲ ਫਿਰ ਡੂੰਗੀ ਸਾਂਝ ਪਾ ਲਈ। ਜੋ ਤੂੰ ਕਰੈ ਸੋਈ ਫੁਨ ਹੋਏ, ਮਾਰੈ ਨਾ ਰਾਖੈ ਦੂਜਾ ਕੋਏ। ਜੋ ਕੁਝ ਤੂੰ ਕਰਦਾ ਹੈ ਉਹੀ ਕੁਝ ਹੁੰਦਾ ਹੈ। ਮਾਰੈ ਨਾ ਰਾਖੈ ਦੂਜਾ ਕੋਏ, ਤੈਥੋਂ ਬਿਨਾ ਕੋਈ ਦੂਜਾ ਨਾ ਕਿਸੇ ਨੂੰ ਮਾਰ ਸਕਦਾ ਹੈ ਤੇ ਨਾ ਕੋਈ ਬਚਾ ਸਕਦਾ ਹੈ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇੰਨਾ ਭਰੋਸਾ ਦਿਵਾ ਰਹੇ ਹਨ। ਕਿਆ ਤੂੰ ਸੋਚੈ ਮਾਨਸ ਬਾਣ, ਆਪਣੇ ਮਨੁੱਖਾ ਸੁਭਾਅ ਅਨੁਸਾਰ ਤੂੰ ਕੀ ਸੋਚਾਂ ਸੋਚਦਾ ਰਹਿੰਦਾ। ਅਸੀਂ ਮਨੁੱਖਾ ਸੁਭਾਅ ਦੇ ਅਨੁਸਾਰ ਬਹੁਤ ਸੋਚਾਂ ਸੋਚਦੇ ਰਹਿੰਦੇ ਆ। ਮਹਾਰਾਜ ਕਹਿੰਦੇ ਕਿਆ ਤੂੰ ਸੋਚੈ ਮਾਨਸ ਬਾਣ, ਅੰਤਰਜਾਮੀ ਪੁਰਖ ਸੁਜਾਨ। ਕਹਿੰਦੇ ਸਰਬ ਵਿਆਪਕ ਪ੍ਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਸਿਆਣਾ ਹੈ, ਉਹ ਆਪ ਹੀ ਸਭ ਕੁਝ ਕਰਨ ਵਾਲਾ ਹੈ। ਏਕ ਟੇਕ ਏਕੋ ਆਧਾਰ, ਮਹਾਰਾਜ ਕਹਿੰਦੇ ਅਸਾਂ ਜੀਵਾਂ ਦੀ ਉਹੀ ਟੇਕ ਹੈ ਤੇ ਉਹੀ ਆਸਰਾ ਹੈ ਪ੍ਰਮਾਤਮਾ। ਸਭ ਕਿਸ ਜਾਣੈ ਸਿਰਜਣਹਾਰ, ਜੀਵਾਂ ਨੂੰ ਪੈਦਾ ਕਰਨ ਵਾਲਾ ਉਹ ਪ੍ਰਭੂ ਪਰਮਾਤਮਾ ਸਭ ਕੁਝ ਜਾਣਦਾ ਹੈ। ਜਿਸ ਉਪਰ ਨਾਦਰ ਕਰੇ ਕਰਤਾਰ, ਕਰਤਾਰ ਜਿਸ ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ, ਕਿਰਪਾ ਕਰਦਾ, ਜਿਹਦੇ ਉੱਤੇ ਪ੍ਰਮਾਤਮਾ ਨੇ ਮਿਹਰ ਦੀ ਨਿਗਾਹ ਕਰਤੀ। ਇਸ ਕਰਕੇ ਅਰਦਾਸ ਵੀ ਇਹੀ ਕਰਨੀ ਚਾਹੀਦੀ ਹੈ, ਮਹਾਰਾਜ ਤੁਸੀਂ ਮਿਹਰ ਦੀ ਨਿਗਾਹ ਕਰੋ, ਤੁਸੀਂ ਕਿਰਪਾ ਕਰ ਸਕਦੇ ਹੋ, ਤੁਸੀਂ ਹੀ ਬਖਸ਼ਿਸ਼ ਕਰ ਸਕਦੇ ਹੋ। ਜਿਸ ਉੱਪਰ ਨਾਦਰ ਕਰੇ ਕਰਤਾਰ, ਤਿਸ ਜਨ ਕੇ ਸਭ ਕਾਜ ਸਵਾਰ।
फिर महाराज कहते उस सेवक दे वो सारे कारज परमात्मा सवारदा है। तिसका राखा एको सोए। उस मनुख दा राखा वो परमात्मा आप ही बनया रहिंदा है। जन नानक अपड़ ना साकै कोई। जगत दा कोई भी जीव उस परमात्मा दी ओदे नाम दी बराबरी नहीं कर सकता। जन नानक अपड़ ना साकै कोई। हे दास नानक गुरु नानक देव जी जगत दा कोई भी जीव उस परमात्मा दी बराबरी नहीं कर सकता। इस तरह सतगुरु सच्चे पातशाह गुरु अर्जन देव जी महाराज पावन पवित्र बाणी दे अंदर बख्शिश करते हैं जी। बोलदਿਆਂ तो एक नहीं अनेक प्रकार ਦੀਆਂ ਭੁੱਲਾਂ रह जांदियां ਹਨ। संगत और सतगुरु जी बख्शण योग ਹਨ। किरपा करके बख्श लेना जी। वाहिगुरु जी का खालसा वाहिगुरु जी की फतेह।